ਧਰਮ ਦੇ ਬਾਨੀ ਕਿਹਾ ਜਾਂਦਾ, ਜਨਮਦਾਤਾ ਕਿਹਾ ਜਾਂਦਾ। ਉਹਨਾਂ ਨੇ ਜੋ ਆਦਰਸ਼ਕ ਜੀਵਨ ਫਲਸਫਾ ਮਨੁੱਖਤਾ ਨੂੰ ਦਿੱਤਾ, ਉਸ ਨੂੰ ਅੱਜ ਅਸੀਂ ਸਿੱਖ ਧਰਮ ਕਹਿੰਦੇ ਹਾਂ। ਇਹ ਧਰਮ ਸਭ ਤੋਂ ਵੱਧ ਜ਼ੋਰ ਇੱਕ ਅਕਾਲ ਪੁਰਖ ਦੀ ਭਗਤੀ, ਨਾਮ ਸਿਮਰਨ ਕਰਨ ਉੱਤੇ ਦਿੰਦਾ ਅਤੇ ਮਨੁੱਖ ਨੂੰ ਨਿਰਾਰਥਕ ਵਿਸ਼ਵਾਸਾਂ ਅਤੇ ਕਰਮ ਕਾਂਡਾਂ ਨੂੰ ਤਿਆਗ ਕੇ ਉੱਚੇ ਸੁੱਚੇ ਧਾਰਮਿਕ ਅਤੇ ਸਦਾਚਾਰਕ ਗੁਣ ਧਾਰਨ ਕਰਕੇ ਆਚਰਣ ਨੂੰ ਪਾਕ ਪਵਿੱਤਰ ਰੱਖਣ ਦੀ ਪ੍ਰੇਰਨਾ ਦਿੰਦਾ। ਇਸ ਦਾ ਕਾਰਜ ਖੇਤਰ ਕੇਵਲ ਪਾਠ ਪੂਜਾ ਤੱਕ ਹੀ ਸੀਮਤ ਨਹੀਂ ਹੈ, ਜਿਵੇਂ ਦੂਸਰੇ ਧਰਮਾਂ ਵਿੱਚ ਵੀ ਕਰਦੇ ਨੇ। ਵੈਸੇ ਤਾਂ ਸਾਡੇ ਵੀ ਅੱਜ ਕੱਲ੍ਹ ਇਸ ਤਰ੍ਹਾਂ ਹੀ ਹੋ ਰਿਹਾ ਵੀ ਸਵੇਰੇ ਪਾਠ ਕਰ ਲਿਆ, ਸ਼ਾਮ ਨੂੰ ਕਰ ਲਿਆ, ਬਸ। ਗੁਰੂ ਸਾਹਿਬ ਜੀ ਮਹਾਰਾਜ ਨੇ ਸਮਝਾਇਆ ਸੀ ਇਸ ਧਰਮ ਦਾ ਮਨੋਰਥ ਕੀ ਸੀ। ਮਨੁੱਖ ਨੂੰ ਉਸ ਦੇ ਸਭ ਜੀਵਨ ਖੇਤਰਾਂ, ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਆਦਿ ਵਿੱਚ ਠੀਕ ਸੇਧ ਦੇਣਾ। ਆਪਣੇ ਇਸ ਮੌਲਿਕ ਅਤੇ ਸੁਤੰਤਰ ਧਰਮ ਨੂੰ ਪ੍ਰਚਾਰਨ ਲਈ ਗੁਰੂ ਨਾਨਕ ਸਾਹਿਬ ਨੂੰ ਉਸ ਸਮੇਂ ਦੇ ਪ੍ਰਚਲਿਤ ਧਰਮਾਂ ਦੇ ਆਗੂਆਂ, ਬ੍ਰਾਹਮਣਾਂ, ਕਾਜ਼ੀਆਂ, ਯੋਗੀਆਂ ਅਤੇ ਰਾਜਨੀਤਿਕ ਨੇਤਾਵਾਂ ਦਾ ਵਿਰੋਧ ਵੀ ਸਹਿਣ ਕਰਨਾ ਪਿਆ। ਉਹਨਾਂ ਨੇ ਗੁਰੂ ਸਾਹਿਬ ਜੀ ਮਹਾਰਾਜ ਦਾ ਵਿਰੋਧ ਵੀ ਬਹੁਤ ਕੀਤਾ, ਕਿਉਂਕਿ ਗੁਰੂ ਜੀ ਨੇ ਉਹਨਾਂ ਦੇ ਗਲਤ ਵਿਸ਼ਵਾਸਾਂ ਅਤੇ ਗਲਤ ਕੰਮਾਂ ਦਾ ਬੜੀ ਦਲੇਰੀ ਅਤੇ ਨਿਡਰਤਾ ਦੇ ਨਾਲ ਖੰਡਨ ਕੀਤਾ ਸੀ। ਤਾਂ ਕਰਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਵਿਰੋਧ ਕਰਨਾ ਹੀ ਸੀ। ਗੁਰੂ ਸਾਹਿਬ ਨੇ ਸੰਸਾਰ ਨੂੰ ਕੇਵਲ ਇੱਕ ਨਵੀਂ ਵਿਚਾਰਧਾਰਾ ਹੀ ਨਹੀਂ ਦਿੱਤੀ, ਸਗੋਂ ਇਸ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਪ੍ਰਬੰਧ ਵੀ ਕੀਤਾ। ਉਹ ਆਪਣੀ ਵਿਚਾਰਧਾਰਾ ਨੂੰ ਪ੍ਰਚਾਰਨ ਹਿੱਤ ਉਮਰ ਭਰ ਯਤਨਸ਼ੀਲ ਰਹੇ। ਸਾਰੀ ਜ਼ਿੰਦਗੀ ਲਾ ਦਿੱਤੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਚੰਗੇ ਵਿਚਾਰਾਂ ਦਾ ਪ੍ਰਚਾਰ ਕਰਨ ਵਾਸਤੇ। ਉਹਨਾਂ ਨੇ ਸਾਰੇ ਹਿੰਦੁਸਤਾਨ, ਇਸ ਦੇ ਨਾਲ ਲੱਗਦੇ ਇਲਾਕਿਆਂ ਅਤੇ ਅਰਬ ਤੀਕ ਜਾ ਕੇ, ਜਿਹਨੂੰ ਅਸੀਂ ਅੱਜ ਕੱਲ੍ਹ ਅਰਬ ਕੰਟਰੀਜ਼ ਬੋਲਦੇ ਹਾਂ, ਉੱਥੇ ਜਾ ਕੇ ਗੁਰਮਤਿ ਦਾ ਪ੍ਰਚਾਰ ਕੀਤਾ। ਇਸੇ ਵਿਚਾਰਧਾਰਾ ਨੂੰ ਜਿਉਂਦਾ ਰੱਖਣ ਅਤੇ ਇਸ ਦੇ ਵਧਣ ਫੁੱਲਣ ਲਈ ਉਹਨਾਂ ਨੇ ਸੰਗਤਾਂ ਥਾਪੀਆਂ ਅਤੇ ਪ੍ਰਚਾਰਕ ਨਿਯਤ ਕੀਤੇ। ਇਸੇ ਲਈ ਹੀ ਗੁਰਗੱਦੀ ਪ੍ਰਥਾ ਨੂੰ ਜਾਰੀ ਕੀਤਾ। ਉਹਨਾਂ ਤੋਂ ਮਗਰਲੇ 9 ਗੁਰੂ ਸਾਹਿਬ ਵੀ ਇਸੇ ਮਤ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਰਹੇ। 10ਮ ਪਾਤਸ਼ਾਹ ਦੇ ਸਮੇਂ ਸੰਗਤਾਂ ਨੂੰ ਹੀ ਸਿੱਖ ਪੰਥ ਦਾ ਰੂਪ ਦਿੱਤਾ ਗਿਆ ਅਤੇ ਦਸ਼ਮੇਸ਼ ਜੀ ਨੇ ਸਿੱਖ ਪੰਥ ਨੂੰ ਹੁਕਮ ਕੀਤਾ ਕਿ ਉਹ ਉਹਨਾਂ ਦੇ ਮਗਰੋਂ ਗੁਰੂ ਨਾਨਕ ਵਿਚਾਰਧਾਰਾ ਉੱਤੇ ਪਹਿਰਾ ਦੇਵੇ। ਗੁਰੂ ਸਾਹਿਬ ਜੀ ਨੇ ਸਾਨੂੰ ਆਪਣੇ ਨਾਲ ਨਹੀਂ ਜੋੜਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਫਿਰ ਇਹੋ ਬਚਨ ਕੀਤਾ ਵੀ ਸਾਡੇ ਤੋਂ ਬਾਅਦ ਤੁਸੀਂ ਅੰਮ੍ਰਿਤ ਬਾਣੀ ਦੀਆਂ ਵਿਚਾਰਾਂ ਦੇ ਉੱਤੇ ਪਹਿਰਾ ਦੇਣਾ, ਭਾਵ ਗੁਰਬਾਣੀ ਦੀਆਂ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾਉਣਾ ਹੈ। ਸਿੱਖਾਂ ਨੇ ਇਸ ਫਰਜ਼ ਨੂੰ ਬੜੀ ਖੂਬੀ ਨਾਲ ਨਿਭਾਇਆ, ਭਾਵੇਂ ਇਸ ਕੰਮ ਦੀ ਖਾਤਰ ਅਨੇਕਾਂ ਕੁਰਬਾਨੀਆਂ ਵੀ ਦੇਣੀਆਂ ਪਈਆਂ। ਕੁਝ ਅਰਸੇ ਤੋਂ ਭਾਵੇਂ ਸਿੱਖਾਂ ਨੇ ਆਪਣਾ ਇਹ ਫਰਜ਼ ਵਿਸਾਰ ਦਿੱਤਾ ਹੈ, ਪਰ ਫਿਰ ਵੀ ਇਸ ਸਮੇਂ ਕੁਝ ਸਰਗਰਮ ਧਰਮ ਪ੍ਰਚਾਰਕ ਸੰਸਥਾਵਾਂ ਦਾ ਮੈਦਾਨ ਵਿੱਚ ਨਿਤਰਨਾ ਇਸ ਗੱਲ ਦਾ ਸਬੂਤ ਹੈ ਕਿ ਸਿੱਖਾਂ ਅੰਦਰ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਅਹਿਸਾਸ ਮੁੜ ਤੋਂ ਜਾਗ ਰਿਹਾ ਹੈ। ਪਰ ਅੱਜ ਸਿੱਖ ਧਰਮ ਦਾ ਪ੍ਰਚਾਰ ਕਰਨ ਸਮੇਂ ਇੱਕ ਵੱਡੀ ਔਕੜ ਉੱਠ ਖਲੋਂਦੀ ਹੈ, ਉਹ ਹੈ ਸਿੱਖ ਵਿਚਾਰਧਾਰਾ ਅਤੇ ਸਿੱਖ ਇਤਿਹਾਸ ਬਾਰੇ ਪੰਥ ਪ੍ਰਵਾਨਿਤ ਪੁਸਤਕਾਂ ਦੀ ਘਾਟ। ਸਿੱਖ ਵਿਚਾਰਧਾਰਾ ਦੇ ਵੱਖ-ਵੱਖ ਪੱਖਾਂ ਉੱਤੇ ਵੱਖ-ਵੱਖ ਵਿਦਵਾਨਾਂ ਦੀ ਅੱਡਰੀ ਰਾਏ ਹੈ। ਇਹਨਾਂ ਵਿਦਵਾਨਾਂ ਨੇ ਗੁਰਮਤਿ ਵਿਚਾਰਧਾਰਾ ਨੂੰ ਸਪਸ਼ਟ ਕਰਕੇ ਪੇਸ਼ ਕਰਨ ਦੀ ਥਾਂ ਉੱਤੇ ਗੁਰਮਤਿ ਸਿਧਾਂਤਾਂ ਨੂੰ ਧੁੰਦਲਾ ਜਿਹਾ ਬਣਾ ਦਿੱਤਾ ਹੈ।
ਗੁਰਮਤਿ ਨੂੰ ਇੱਕ ਸੁਤੰਤਰ ਧਰਮ ਦੇ ਰੂਪ ਵਿੱਚ ਪੇਸ਼ ਕਰਨ ਦੀ ਥਾਂ ਉੱਤੇ ਇਸ ਨੂੰ ਅਨ ਧਰਮਾਂ, ਵਿਦਾਂਤ ਤੇ ਇਸਲਾਮ ਆਦਿ ਦੇ ਝਰੋਖੇ ਵਿੱਚੋਂ ਵੇਖ ਕੇ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਵੱਖ-ਵੱਖ ਢੰਗਾਂ ਨਾਲ ਕੀਤੀ ਜਾਂਦੀ ਰਹੀ ਹੈ। ਇਸ ਦਾ ਕਾਰਨ ਲੇਖਕਾਂ ਵਿੱਚ ਗੁਰਬਾਣੀ ਅਰਥਾਂ ਦੀ ਸਹੀ ਸੂਝ ਦੀ ਕਮੀ ਹੈ। ਅਰਥ ਕਰਨ ਵਾਲੇ ਵੀ ਵਿਦਾਂਤ, ਬ੍ਰਾਹਮਣੀ, ਇਸਲਾਮੀ ਅਤੇ ਕਮਿਊਨਿਸਟ ਵਿਚਾਰਾਂ ਦੇ ਪ੍ਰਭਾਵ ਹੇਠ ਮਨਮਰਜ਼ੀ ਦੇ ਅਰਥ ਕਰੀ ਜਾਂਦੇ ਹਨ। ਇੰਜ ਕੁਝ ਕੁ ਸਾਧਾਂ, ਉਦਾਸੀਆਂ, ਨਿਰਮਲਿਆਂ ਅਤੇ ਪ੍ਰੋਫੈਸਰਾਂ ਨੇ ਕਈ ਤਰ੍ਹਾਂ ਦੀ ਗੁਰਮਤਿ ਪੇਸ਼ ਕਰ ਦਿੱਤੀ ਹੈ। ਅਜਿਹਾ ਹੀ ਹਾਲ ਸਿੱਖ ਇਤਿਹਾਸ ਦਾ ਹੈ। ਅਸੀਂ ਆਪਣੇ 500 ਸਾਲ ਪੁਰਾਣੇ ਇਤਿਹਾਸ ਨੂੰ ਸਾਂਭਣ ਵਿੱਚ ਵੀ ਅਸਮਰੱਥ ਰਹੇ ਹਾਂ। ਲੇਖਕਾਂ ਵਿੱਚ ਇਤਿਹਾਸਕ ਤੱਥਾਂ ਬਾਰੇ ਬਹੁਤ ਮਤਭੇਦ ਪਾਏ ਜਾਂਦੇ ਹਨ। ਗੁਰੂ ਨਾਨਕ ਸਾਹਿਬ ਦੀ ਜਨਮ ਤਰੀਕ ਤੋਂ ਲੈ ਕੇ 10ਮ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਬਾਰੇ ਲੇਖਕਾਂ ਦੀ ਭਿੰਨ ਭਿੰਨ ਰਾਏ ਹੈ। ਪੁਰਾਣੇ ਲਿਖਾਰੀਆਂ ਨੇ ਇਤਿਹਾਸ ਨੂੰ ਪੁਰਾਣਕ ਰੰਗਣ ਦੇ ਕੇ ਮਿਥਿਹਾਸ ਜਿਹਾ ਬਣਾ ਦਿੱਤਾ ਹੈ। ਗੁਰੂ ਸਾਹਿਬਾਨ ਦੀ ਸ਼ਖਸੀਅਤ ਨੂੰ ਉਘਾੜਨ ਦੀ ਥਾਂ ਉੱਤੇ ਉਹਨਾਂ ਨੂੰ ਬ੍ਰਾਹਮਣੀ ਦੇਵਤਿਆਂ ਦੀ ਸ਼ਕਲ ਵਿੱਚ ਪੇਸ਼ ਕੀਤਾ ਗਿਆ ਹੈ। ਇੰਜ ਗੁਰੂ ਸਾਹਿਬਾਨ ਦੀ ਉਹ ਸ਼ਖਸੀਅਤ ਜਿਹੜੀ ਪੁਰਾਣੇ ਇਤਿਹਾਸ ਵਿੱਚੋਂ ਪ੍ਰਗਟ ਹੁੰਦੀ ਹੈ ਅਤੇ ਜਿਹੜੀ ਗੁਰਬਾਣੀ ਵਿੱਚੋਂ ਪ੍ਰਗਟ ਹੁੰਦੀ ਹੈ, ਉਸ ਵਿੱਚ ਬਹੁਤ ਅੰਤਰ ਹੈ। ਮੁਸਲਮਾਨ ਲਿਖਾਰੀਆਂ ਨੇ ਜਾਣ ਬੁੱਝ ਕੇ ਈਰਖਾਵਸ ਸਿੱਖ ਇਤਿਹਾਸ ਨੂੰ ਵਿਗਾੜ ਕੇ ਲਿਖਿਆ। ਵਿਦੇਸ਼ੀ ਇਤਿਹਾਸਕਾਰਾਂ ਨੇ ਸਾਡੇ ਪੁਰਾਣੇ ਗ੍ਰੰਥਾਂ ਅਤੇ ਮੁਸਲਮਾਨ ਇਤਿਹਾਸਕਾਰਾਂ ਦੀਆਂ ਲਿਖਤ ਦੇ ਅਨੁਸਾਰ ਹੀ ਸਿੱਖ ਇਤਿਹਾਸ ਨੂੰ ਕਲਮਬੱਧ ਕੀਤਾ ਹੈ। ਗੁਰੂ ਨਾਨਕ ਸਾਹਿਬ ਦੇ ਜੀਵਨ ਉੱਤੇ ਵਿਚਾਰ ਕਰਨ ਲੱਗਿਆਂ ਵੀ ਪ੍ਰਮਾਣਿਕ ਇਤਿਹਾਸ ਦੀ ਘਾਟ ਬਹੁਤ ਮਹਿਸੂਸ ਹੁੰਦੀ ਹੈ। ਜਨਮ ਸਾਖੀਆਂ, ਸੂਰਜ ਪ੍ਰਕਾਸ਼, ਮਹਿਮਾ ਪ੍ਰਕਾਸ਼ ਆਦਿਕ ਪ੍ਰਾਚੀਨ ਗ੍ਰੰਥਾਂ ਵਿੱਚ ਗੁਰੂ ਜੀ ਦੇ ਜੀਵਨ ਨੂੰ ਬਹੁਤ ਹੀ ਜ਼ਿਆਦਾ ਪੁਰਾਣਕ ਰੰਗਣ ਦਿੱਤੀ ਗਈ ਹੈ। ਗੁਰੂ ਸਾਹਿਬ ਨੂੰ ਇੱਕ ਇਤਿਹਾਸਕ ਲੋਕ ਆਗੂ ਪ੍ਰਗਟ ਕਰਨ ਦੀ ਥਾਂ ਇੱਕ ਪੁਰਾਣਕ ਦੇਵਤੇ ਦੇ ਤੌਰ 'ਤੇ ਜਾਂ ਇਸਲਾਮਕ ਪੀਰ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ। ਕੁਝ ਜਨਮ ਸਾਖੀਆਂ ਜਿਵੇਂ ਮਿਹਰਬਾਨ ਵਾਲੀ ਜਨਮ ਸਾਖੀ ਆ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਆਦਿਕ ਆ, ਉਹ ਤਾਂ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਲਿਖਾਈਆਂ ਗਈਆਂ ਸਨ, ਜਿਨ੍ਹਾਂ ਵਿੱਚ ਗੁਰੂ ਜੀ ਦੀ ਸ਼ਖਸੀਅਤ ਨੂੰ ਜਾਣ ਬੁੱਝ ਕੇ ਗਲਤ ਰੰਗਣ ਵਿੱਚ ਪੇਸ਼ ਕੀਤਾ ਗਿਆ ਹੈ। ਭਾਈ ਬਾਲੇ ਵਾਲੀ ਜਨਮ ਸਾਖੀ ਜਿਹੜੀ ਸੰਗਤਾਂ ਵਿੱਚ ਬੜੀ ਪ੍ਰਸਿੱਧ ਰਹੀ ਆ ਤੇ ਪਹਿਲੇ ਸਮੇਂ ਵਿੱਚ ਲੋਕੀ ਆਪਣੇ ਘਰਾਂ ਵਿੱਚ ਪੜ੍ਹਦੇ ਹੁੰਦੇ ਸੀ। ਉਹ ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਆ, ਉਹਦੇ ਵਿੱਚੋਂ ਅਜਿਹੀਆਂ ਕੁਝ ਸਾਖੀਆਂ ਸਿੱਖਾਂ ਦੇ ਡਰ ਕਾਰਨ ਪ੍ਰਕਾਸ਼ਕਾਂ ਨੇ ਕੱਢ ਦਿੱਤੀਆਂ ਨੇ ਹੌਲੀ ਹੌਲੀ। ਗੁਰੂ ਸਾਹਿਬ ਦੇ ਜੀਵਨ ਅਤੇ ਫਲਸਫੇ ਬਾਰੇ ਜੋ ਸਾਹਿਤ ਅਜੇ ਤੀਕ ਛਪਿਆ ਹੈ, ਉਸ ਵਿੱਚ ਵਿਰੋਧਾ ਭਾਵ ਬਹੁਤ ਹੈ। ਅਜੇ ਤੀਕ ਸਾਰੇ ਸਿੱਖ ਗੁਰੂ ਪਾਤਸ਼ਾਹ ਦੀ ਜਨਮ ਤਰੀਕ ਬਾਰੇ ਇੱਕ ਮਤ ਨਹੀਂ ਹੋ ਸਕੇ। ਉਹਨਾਂ ਨੇ ਧਰਮ ਪ੍ਰਚਾਰ ਲਈ ਕੁੱਲ ਕਿੰਨੀਆਂ ਜਗਤ ਫੇਰੀਆਂ ਉਦਾਸੀਆਂ ਲਾਈਆਂ ਅਤੇ ਕਿਹੜੀ ਜਗਤ ਫੇਰੀ ਵਿੱਚ ਕਿਹੜੇ ਕਿਹੜੇ ਇਲਾਕੇ ਵਿੱਚ ਗਏ, ਇਸ ਬਾਰੇ ਵੀ ਮਤਭੇਦ ਮੌਜੂਦ ਨੇ। ਉਹਨਾਂ ਦੇ ਜੋਤੀ ਜੋਤ ਸਮਾਉਣ ਬਾਰੇ ਕਈ ਵਿਦਵਾਨਾਂ ਦੀ ਰਾਏ ਇਹ ਹੈ ਕਿ ਉਹਨਾਂ ਦਾ ਦੇਹਾਂਤ ਸਧਾਰਨ ਮਨੁੱਖਾਂ ਵਾਂਗ ਹੀ ਹੋਇਆ ਸੀ, ਪਰ ਕਈ ਪੁਰਾਤਨ ਪੰਥੀ ਕਹਿ ਰਹੇ ਹਨ ਕਿ ਗੁਰੂ ਜੀ ਸਣ ਦੇਹ ਹੀ ਅਕਾਲ ਪੁਰਖ ਦੇ ਦੇਸ਼ ਗਏ ਸਨ। ਕਹਿਣ ਦਾ ਭਾਵ ਵੀ ਇੱਕ ਵਿਚਾਰ ਨਹੀਂ। ਇਤਿਹਾਸਕ ਘਟਨਾਵਾਂ ਦੀ ਗੱਲ ਤਾਂ ਛੱਡੋ, ਗੁਰੂ ਸਾਹਿਬ ਦੀ ਸ਼ਖਸੀਅਤ ਅਤੇ ਵਿਚਾਰਧਾਰਾ ਸੰਬੰਧੀ ਵਿਦਵਾਨਾਂ ਨੇ ਸਖਤ ਮਤਭੇਦ ਖੜੇ ਕੀਤੇ ਹੋਏ ਨੇ। ਕੁਝ ਵਿਦਵਾਨ ਤਾਂ ਗੁਰੂ ਜੀ ਨੂੰ ਇਸਲਾਮ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਇਆ ਦੱਸਦੇ ਹਨ, ਕੁਝ ਵਿਦਾਂਤ ਤੋਂ ਅਤੇ ਕਈ ਉਹਨਾਂ ਨੂੰ ਸੂਫੀ ਸੰਤਾਂ ਤੋਂ ਪ੍ਰਭਾਵਿਤ ਹੋਇਆ ਦੱਸਦੇ ਨੇ। ਕਈ ਉਹਨਾਂ ਨੂੰ ਭਗਤੀ ਲਹਿਰ ਤੋਂ ਪ੍ਰਭਾਵਿਤ ਹੋਇਆ ਕੇਵਲ ਇੱਕ ਭਗਤ ਹੀ ਮੰਨਦੇ ਹਨ। ਭਾਵੇਂ ਸਤਿਗੁਰਾਂ ਨੇ ਆਪਣੀ ਬਾਣੀ ਵਿੱਚ ਸਪਸ਼ਟ ਕੀਤਾ ਹੈ
ਕਿ ਉਹਨਾਂ ਦਾ ਗੁਰੂ ਤਾਂ ਕੇਵਲ ਇੱਕ ਅਕਾਲ ਪੁਰਖ ਹੈ, ਤਾਂ ਵੀ ਸਿੱਖ ਅਤੇ ਗੈਰ ਸਿੱਖ ਅਖੌਤੀ ਵਿਦਵਾਨਾਂ ਨੇ ਗੁਰੂ ਸਾਹਿਬ ਦੇ ਕਈ ਹੋਰ ਗੁਰੂਆਂ ਦੀ ਖੋਜ ਕੱਢ ਮਾਰੀ ਹੈ। ਸੰਤਰੇਣ, ਵਰਣ ਦੇਵਤਾ, ਭਗਤ ਕਬੀਰ ਜੀ, ਬਗਦਾਦ ਵਾਸੀ, ਮੁਰਾਦ ਆਦਿਕਾਂ ਨੂੰ ਵੱਖ-ਵੱਖ ਵਿਦਵਾਨ ਗੁਰੂ ਨਾਨਕ ਸਾਹਿਬ ਦਾ ਗੁਰੂ ਦੱਸਦੇ ਰਹੇ ਨੇ। ਇੱਥੇ ਬਸ ਨਹੀਂ, ਗੁਰੂ ਜੀ ਦੇ ਨਾਮ ਉੱਤੇ ਕਈ ਅਜਿਹੀਆਂ ਰਚਨਾਵਾਂ ਵੀ ਪ੍ਰਚਲਿਤ ਰਹੀਆਂ ਨੇ ਜੋ ਗੁਰੂ ਜੀ ਨੇ ਆਪ ਨਹੀਂ ਸਨ ਰਚੀਆਂ ਅਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ਾਮਲ ਨਹੀਂ ਹਨ। ਇਹਨਾਂ ਵਿੱਚੋਂ ਕੁਝ ਕੁ ਰਚਨਾਵਾਂ ਹਨ ਜਿਹੜੀਆਂ ਰਚਨਾਵਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਨਹੀਂ ਵੀ, ਪਰ ਤਾਂ ਵੀ ਗੁਰੂ ਸਾਹਿਬ ਜੀ ਦੇ ਨਾਮ ਨਾਲ ਜੋੜੀ ਜਾਂਦੇ ਨੇ, ਜਿਵੇਂ ਰਤਨਮਾਲਾ, ਨਸੀਹਤਨਾਮਾ, 35 ਅੱਖਰੀ, ਪ੍ਰਾਣ ਸੰਗਲੀ ਅਤੇ ਜਿੱਤਦਾਰ ਲੱਖ ਮੁਹੰਮਦਾਂ ਵਾਲਾ ਸ਼ਬਦ ਆਦਿਕ। ਪਿਛਲੇ ਸਮੇਂ ਦੇ ਅਤੇ ਅੱਜ ਦੇ ਕੁਝ ਖੌਤੀ ਵਿਚਾਰਵਾਨ ਗੁਰੂ ਜੀ ਨੂੰ ਨਿਰਾ ਸੁਧਾਰਕ ਹੀ ਮੰਨਦੇ ਹਨ, ਜਿਸ ਤੋਂ ਉਹਨਾਂ ਦੀ ਮੁਰਾਦ ਹੈ ਕਿ ਗੁਰੂ ਸਾਹਿਬ ਨੇ ਪਹਿਲਾਂ ਦੇ ਪ੍ਰਚਲਿਤ ਹਿੰਦੂ ਵਿਸ਼ਵਾਸਾਂ ਵਿੱਚ ਤੇ ਹਿੰਦੂ ਸਮਾਜ ਵਿੱਚ ਹੀ ਸੁਧਾਰ ਕੀਤਾ ਹੈ ਤੇ ਉਹਨਾਂ ਨੇ ਸੰਸਾਰ ਨੂੰ ਕੋਈ ਨਵਾਂ ਮਤ ਧਰਮ ਨਹੀਂ ਦਿੱਤਾ। ਕੁਝ ਆਖਦੇ ਹਨ ਕਿ ਗੁਰੂ ਜੀ ਸਖਤ ਗਰਮ ਖਿਆਲਾਂ ਵਾਲੇ ਸੁਧਾਰਕ ਸਨ, ਕ੍ਰਾਂਤੀਕਾਰੀ ਨਹੀਂ ਸਨ। ਪਰ ਪ੍ਰਿੰਸੀਪਲ ਸਤਬੀਰ ਸਿੰਘ ਦੇ ਲਫ਼ਜ਼ਾਂ ਵਿੱਚ ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਕੋਸੇ ਪਾਣੀ ਨਾਲ ਕਦੇ ਗੱਡੀਆਂ ਨਹੀਂ ਚੱਲਦੀਆਂ। ਗੱਡੀਆਂ ਤਾਂ ਭਾਵ ਸਟੀਮ ਨਾਲ ਹੀ ਚੱਲਦੀਆਂ ਨੇ। ਨਵੇਂ ਨਰੋਏ ਵਿਚਾਰ ਕੇਵਲ ਕੋਈ ਕ੍ਰਾਂਤੀਕਾਰੀ ਹੀ ਦੇ ਸਕਦਾ ਹੈ, ਵਿਚਕਾਰਲਾ ਰਸਤਾ ਫੜਨ ਵਾਲਾ ਸੁਧਾਰਕ ਨਹੀਂ। ਤੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸੰਸਾਰ ਦੇ ਲੋਕਾਂ ਨੂੰ ਨਵੇਂ ਵਿਚਾਰ ਦਿੱਤੇ ਨੇ, ਇੱਕ ਨਵਾਂ ਧਰਮ ਚਲਾਇਆ। ਭਾਈ ਕਾਨ ਸਿੰਘ ਜੀ ਨਾਭਾ, ਸਰਦਾਰ ਖਜਾਨ ਸਿੰਘ, ਮੈਕਾਲਫ, ਭਾਈ ਵੀਰ ਸਿੰਘ ਅਤੇ ਅੱਜ ਦੇ ਕਈ ਭਾਰਤੀ ਅਤੇ ਪੱਛਮੀ ਵਿਦਵਾਨ ਗੁਰੂ ਨਾਨਕ ਪਾਤਸ਼ਾਹ ਨੂੰ ਕ੍ਰਾਂਤੀਕਾਰੀ ਇਨਕਲਾਬੀ ਗਿਣਦੇ ਹਨ। ਉਹਨਾਂ ਦੇ ਖਿਆਲਾਂ ਅਨੁਸਾਰ ਗੁਰੂ ਜੀ ਜਿਸ ਹਿੰਦੂ ਸਮਾਜ ਵਿੱਚ ਪੈਦਾ ਹੋਏ, ਉਸ ਦੇ ਧਾਰਮਿਕ ਵਿਸ਼ਵਾਸਾਂ ਨੂੰ ਤਿਆਗ ਕੇ ਉਹਨਾਂ ਨੇ ਇੱਕ ਨਵੀਂ ਨਰੋਈ ਵਿਚਾਰਧਾਰਾ ਸੰਸਾਰ ਨੂੰ ਦਿੱਤੀ ਅਤੇ ਇੱਕ ਨਵੇਂ ਸਮਾਜ ਦੀ ਨੀਂਹ ਰੱਖੀ। ਬ੍ਰਾਹਮਣੀ ਧਰਮ ਦੇ ਮੁੱਢਲੇ ਅਸੂਲਾਂ ਉੱਤੇ ਗੁਰੂ ਜੀ ਨੇ ਕਰੜੀ ਸੱਟ ਮਾਰੀ। ਇਹ ਵਿਚਾਰ ਹੀ ਅਸਲ ਵਿੱਚ ਸਹੀ ਵਿਚਾਰ ਹੈ। ਅਸੀਂ ਗੁਰੂ ਜੀ ਦੀ ਬਾਣੀ, ਉਹਨਾਂ ਦੇ ਅਤੇ ਉਹਨਾਂ ਦੇ ਉੱਤਰਾਧਿਕਾਰੀ ਸਿੱਖ ਗੁਰੂਆਂ ਦੇ ਜੀਵਨ ਇਤਿਹਾਸ ਨੂੰ ਜਿਵੇਂ ਜਿਵੇਂ ਪੜ੍ਹਾਂਗੇ ਤਿਵੇਂ ਤਿਵੇਂ ਸਾਡੇ ਵਿਚਾਰ ਵੀ ਇਹੋ ਜਿਹੇ ਬਣਦੇ ਜਾਣਗੇ ਕਿ ਗੁਰੂ ਜੀ ਨੇ ਆਪਣੀ ਵੱਖਰੀ ਵਿਚਾਰਧਾਰਾ ਸਿੱਖ ਧਰਮ ਸੰਸਾਰ ਨੂੰ ਦਿੱਤੇ ਅਤੇ ਇੱਕ ਨਵੀਂ ਕੌਮ ਦੀ ਨੀਂਹ ਰੱਖੀ। ਗੁਰੂ ਨਾਨਕ ਸਾਹਿਬ ਦੀ ਇਤਿਹਾਸਕ ਮਹੱਤਤਾ ਨੂੰ ਸਮਝਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਦੇਸ਼ ਦੀ ਤਤਕਾਲੀਨ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਦਸ਼ਾ ਉੱਤੇ ਇੱਕ ਝਾਤ ਮਾਰ ਲਈ ਜਾਵੇ। ਇਸ ਲਈ ਗੁਰੂ ਜੀ ਦਾ ਜੀਵਨ ਆਰੰਭ ਕਰਨ ਤੋਂ ਪਹਿਲਾਂ ਸਾਨੂੰ ਇਹਨਾਂ ਹਾਲਾਤਾਂ ਨੂੰ ਬਹੁਤ ਜ਼ਰੂਰ ਸਮਝਣਾ ਪਏਗਾ ਕਿ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ, ਉਦੋਂ ਧਾਰਮਿਕ ਹਾਲਤ ਕਿੱਦਾਂ ਦੀ ਸੀ, ਉਦੋਂ ਲੋਕਾਂ ਦਾ ਧਾਰਮਿਕ ਜੀਵਨ ਕਿਵੇਂ ਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ, ਉਦੋਂ ਸਮਾਜਿਕ ਹਾਲਤ ਕਿੱਦਾਂ ਦੀ ਸੀ, ਲੋਕਾਂ ਦਾ ਕਿੱਦਾਂ ਦਾ ਰਹਿਣ ਸਹਿਣ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ, ਉਦੋਂ ਰਾਜਨੀਤਿਕ ਹਾਲਤ ਕਿੱਦਾਂ ਦੀ ਸੀ, ਉਦੋਂ ਰਾਜੇ ਮਹਾਰਾਜੇ ਕਿੱਦਾਂ ਦੇ ਹੁੰਦੇ ਸੀ। ਤੋ ਗੁਰੂ ਪਿਆਰੀ ਸਾਧ ਸੰਗਤ ਜੀ, ਕੱਲ੍ਹ ਨੂੰ ਅਸੀਂ ਗੁਰਬਾਣੀ ਦੇ ਵਿੱਚੋਂ ਅੰਮ੍ਰਿਤ ਬਾਣੀ ਦੇ ਪ੍ਰਮਾਣ ਪੜ੍ਹ ਕੇ ਇਹ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਮੇਂ ਦੀ ਧਾਰਮਿਕ ਦਸ਼ਾ ਕਿੱਦਾਂ ਦੀ ਸੀ। ਜਿਹੜੇ ਧਾਰਮਿਕ ਆਗੂ ਸਨ, ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਸੀ, ਉਹਨਾਂ ਦਾ ਜੀਵਨ ਕਿਵੇਂ ਦਾ ਸੀ, ਇਹ ਅਸੀਂ ਕੱਲ੍ਹ ਨੂੰ ਵਿਚਾਰਾਂਗੇ। ਇਸ ਤਰ੍ਹਾਂ 3 ਕੁ ਦਿਨਾਂ ਵਿੱਚ ਸਾਨੂੰ ਉਹਨਾਂ ਪਹਿਲਾਂ ਹਾਲਾਤਾਂ ਦਾ ਪਤਾ ਚੱਲੇਗਾ ਵੀ ਉਦੋਂ ਦਾ ਆਲਾ ਦੁਆਲਾ ਕਿਵੇਂ ਦਾ ਸੀ, ਲੋਕ ਕਿਵੇਂ ਦੇ ਸਨ ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਪ੍ਰਗਟ ਹੋਏ, ਅਤੇ ਗੁਰੂ ਸਾਹਿਬ ਜੀ ਦਾ ਫਿਰ ਕਿਵੇਂ ਪ੍ਰਕਾਸ਼ ਹੋਇਆ, ਉਹ ਕਿੱਥੇ ਕਿੱਥੇ ਗਏ, ਉਹਨਾਂ ਦੀਆਂ ਕਿਹੜੀਆਂ ਸਾਖੀਆਂ ਹਨ,
ਇਹਨਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਜਿਹੜੀ ਕਥਾ ਵਿਚਾਰ ਆਪ ਸੰਗਤ ਸਰਵਣ ਕਰੋਗੇ, ਇਹ ਲਗਭਗ ਸੰਨ 2009 ਦੇ ਵਿੱਚ, ਅੱਜ ਤੋਂ ਕਰੀਬ 11 ਕੁ ਸਾਲ ਪਹਿਲਾਂ ਮੈਂ ਪਿੰਡਾਂ ਥਾਵਾਂ ਵਿੱਚ ਘੁੰਮ ਫਿਰ ਕੇ ਕਥਾ ਪ੍ਰਚਾਰ ਕਰਦਾ ਹੁੰਦਾ ਸੀ ਅਤੇ ਸਾਰੀ ਕੀਤੀ ਸੀ, ਨਾਲ ਰਿਕਾਰਡਿੰਗ ਵੀ ਕੀਤੀ ਸੀ। ਉਹ ਫਿਰ ਪਤਾ ਨਹੀਂ ਕਿਵੇਂ ਹੋਇਆ, ਮੇਰੇ ਕੋਲ ਉਹਦੀ ਮਾਸਟਰ ਕਾਪੀ ਗੁੰਮ ਹੋ ਗਈ। ਇਸ ਕਥਾ ਦੀਆਂ ਬਹੁਤ ਉਦੋਂ ਸੀਡੀਆਂ ਚੱਲਦੀਆਂ ਹੁੰਦੀਆਂ ਸੀ, ਬਹੁਤ ਸੀਡੀਆਂ ਬਣਾ ਕੇ ਮੈਂ ਪਿੰਡਾਂ ਦੇ 'ਚ ਵੰਡੀਆਂ, ਤਾਂ ਕਿ ਗੁਰੂ ਸਾਹਿਬ ਜੀ ਮਹਾਰਾਜ ਦਾ ਜਿਹੜਾ ਇਤਿਹਾਸ ਆ, ਜਿਹੜੀ ਗੁਰਬਾਣੀ ਆ, ਉਹਦੇ ਨਾਲ ਵੱਧ ਤੋਂ ਵੱਧ ਸੰਗਤਾਂ ਜੁੜ ਸਕਣ। ਅਤੇ ਇਸ ਤੋਂ ਅਗਲੀਆਂ ਵਿਚਾਰਾਂ ਆਪਾਂ ਕੱਲ੍ਹ ਨੂੰ ਕਰਾਂਗੇ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।